ਪੰਜਾਬ ਦੇ ਉਹ ਸਿਆਸਤਦਾਨ ਜਿਨ੍ਹਾਂ ਦਾ ਜ਼ਿਕਰ ਅਸੀਂ ਸਿਆਸੀ ਕਿਸੇ ਪ੍ਰੋਗਰਾਮ ਦੇ ਤਹਿਤ ਕੀਤਾ ਔਰ ਦੂਜੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਕਿ ਸੁਖਜਿੰਦਰ ਸਿੰਘ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਕੱਢ ਆਗੂ ਮੰਨੇ ਗਏ ਉਸ ਵੇਲੇ ਦੇ ਔਰ ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਸੁਖਪਾਲ ਸਿੰਘ ਖਹਿਰਾ ਬੇਸ਼ੱਕ ਕਾਂਗਰਸ ਵੱਲੋਂ ਚੋਣਾਂ ਲੜੇ ਔਰ ਹੁਣ ਵੀ ਮੌਜੂਦਾ ਵਿਧਾਇਕ ਕਾਂਗਰਸ ਪਾਰਟੀ ਵੱਲੋਂ ਨੇ। ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਕੱਢ ਆਗੂ ਦੇ ਪੁੱਤਰ ਕਾਂਗਰਸ ਵਿੱਚ ਕਿਵੇਂ ਗਏ, ਉਸ ਪਾਰਟੀ ਵੱਲੋਂ ਚੋਣ ਲੜਨ ਦਾ ਫੈਸਲਾ ਕਿਸ ਦਾ ਸੀ ਔਰ ਸੁਖਪਾਲ ਸਿੰਘ ਖਹਿਰਾ ਦੀ ਸਿਆਸਤ ਕਿਸ ਤਰੀਕੇ ਨਾਲ ਹੋਵੇ, ਕੀ ਕਰਨਾ ਹੈ, ਇਸ ਬਾਰੇ ਕਿਵੇਂ ਤੈਅ ਕੀਤਾ ਗਿਆ। ਅਸੀਂ ਗੱਲ ਕਰ ਰਹੇ ਹਾਂ ਸੁਖਜਿੰਦਰ ਸਿੰਘ ਦੀ ਪੂਰੀ ਸਿਆਸਤ ਦੀ ਔਰ ਅੱਜ ਦੇ ਐਪੀਸੋਡ ਵਿੱਚ ਗੱਲ ਕਰਾਂਗੇ ਕਿ ਬਹੁਤਾ ਸਮਾਂ ਜਿਹੜਾ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਗੁਜ਼ਾਰਿਆ ਉਹ ਕਿਉਂ ਗੁਜ਼ਾਰਨਾ ਪਿਆ। ਖਾਲਿਸਤਾਨ ਨੂੰ ਲੈ ਕੇ ਉਹਨਾਂ ਵੱਲੋਂ ਕਦੋਂ ਨਾਰਾ ਲਗਾਇਆ ਗਿਆ, ਕਿੱਥੇ ਲਗਾਇਆ ਗਿਆ, ਹੋਰ ਕਿਹੜੇ ਆਗੂ ਉਹਨਾਂ ਦੇ ਨਾਲ ਖਾਲਿਸਤਾਨ ਨੂੰ ਬਣਾਉਣ ਨੂੰ ਲੈ ਕੇ ਜਾਂ ਨਾ ਬਣਾਉਣ ਨੂੰ ਲੈ ਕੇ ਕੀ ਸਟੈਂਡ ਰੱਖਦੇ ਸਨ ਔਰ ਖਾਲਿਸਤਾਨ ਬਾਰੇ ਉਹਨਾਂ ਦਾ ਸਟੈਂਡ ਆ ਜਿਹੜਾ ਉਹ ਐਂਡ ਤੱਕ ਅਖੀਰ ਤੱਕ ਰਿਹਾ ਜਾਂ ਫਿਰ ਉਹਨਾਂ ਨੇ ਉਹ ਸਟੈਂਡ ਛੱਡ ਦਿੱਤਾ। ਇਹ ਸਾਰੀਆਂ ਗੱਲਾਂ ਇਸ ਸਿਆਸੀ ਕਿੱਸੇ ਦੇ ਤਹਿਤ ਕਰਾਂਗੇ ਔਰ ਅੱਜ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਦੋਂ ਸੰਤ ਭਿੰਡਰਾਂਵਾਲੇ ਦੇ ਨਾਲ ਉਹਨਾਂ ਦੀ ਮੁਲਾਕਾਤ ਕਦੋਂ ਹੋਈ, ਕੀ ਗੱਲਾਂ ਹੋਈਆਂ ਔਰ ਜਦੋਂ ਉਹ ਜੇਲ੍ਹ ਵਿੱਚ ਸਮਾਂ ਬਿਤਾ ਰਹੇ ਸਨ ਤਾਂ ਸੁਖਪਾਲ ਸਿੰਘ ਖਹਿਰਾ ਦੀਆਂ 6 ਭੈਣਾਂ ਦੇ ਵਿੱਚੋਂ 2 ਭੈਣਾਂ ਦਾ ਵਿਆਹ ਜਿਹੜਾ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਹੋਇਆ ਸੀ। ਉਹਨਾਂ ਨੇ ਆਪਣੀਆਂ 2 ਧੀਆਂ ਦੇ ਵਿਆਹ ਦੇ ਵਿੱਚ ਵੀ ਸ਼ਾਮਲ ਨਹੀਂ ਹੋ ਸਕੇ ਸਨ ਮਜਬੂਰੀ ਦੇ ਵਿੱਚ, ਕਿਉਂਕਿ ਜੇਲ੍ਹ ਕੱਟ ਰਹੇ ਸਨ, ਕਿਉਂਕਿ ਉਸ ਵਕਤ ਸਿਆਸੀ ਆਗੂਆਂ ਨੂੰ ਜੇਲ੍ਹਾਂ ਕੱਟਣੀਆਂ ਹੀ ਪੈਣੀਆਂ ਸਨ ਕਿਉਂਕਿ ਸਿਆਸੀ ਸਫ਼ਰ ਇਸ ਤਰ੍ਹਾਂ ਦਾ ਸੀ, ਐਮਰਜੈਂਸੀ ਦੇ ਦੌਰ ਸਨ ਔਰ ਖਾੜਕੂ ਲਹਿਰ ਵੀ ਸੀ। ਇਸ ਕਰਕੇ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਸਨ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਅਕਾਲੀ ਰਾਜਨੀਤੀ ਨਾਲ ਜੁੜੀਆਂ ਲਹਿਰਾਂ ਚੱਲ ਰਹੀਆਂ ਸਨ। ਤਾਂ ਸੰਤ ਭਿੰਡਰਾਂਵਾਲੇ ਨਾਲ ਮੁਲਾਕਾਤ ਹੋਈ ਔਰ ਕਿਵੇਂ ਉਹਨਾਂ ਨੇ ਖਾਲਿਸਤਾਨ ਨੂੰ ਲੈ ਕੇ ਕਿਹੜੀਆਂ ਗੱਲਾਂ ਕਹੀਆਂ, ਇੱਕ ਵੱਖਰੀ ਸਟੇਟ ਬਣਨੀ ਚਾਹੀਦੀ ਹੈ ਜਾਂ ਨਹੀਂ ਬਣਨੀ ਚਾਹੀਦੀ, ਉਸ ਦਾ ਦਾਇਰਾ ਕੀ ਹੋਣਾ ਚਾਹੀਦਾ ਹੈ, ਇਹ ਸਾਰੀਆਂ ਗੱਲਾਂ ਸਰਦਾਰ ਸੁਖਜਿੰਦਰ ਸਿੰਘ ਕਰਦੇ ਰਹੇ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਕਿ ਜਦੋਂ ਜੋੜਨ ਦੇ ਲਈ, ਲਿੰਕ ਜੋੜਨ ਦੇ ਲਈ ਥੋੜਾ ਹਿੱਸਾ ਤੁਹਾਡੇ ਨਾਲ ਉਹ ਸਾਂਝਾ ਕਰਦੇ ਹਾਂ ਜਦੋਂ ਉਹਨਾਂ ਨੇ ਸਿਆਸਤ ਨੂੰ ਛੱਡ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਗਰਮ ਨੇਤਾ ਸਨ, 2 ਵਾਰ ਸਿੱਖਿਆ ਮੰਤਰੀ ਰਹੇ, ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕਿੱਥੇ ਅਣਬਣ ਹੋਈ, ਕਿਉਂ ਹੋਈ, ਕੀ ਐਸੀਆਂ ਜਿਹੜੀਆਂ ਹਾਲਾਤ ਕਿਹੜੇ ਪੈਦਾ ਹੋ ਗਏ ਸਨ ਕਿ ਉਹਨਾਂ ਨੇ ਸਿਆਸਤ ਨੂੰ ਛੱਡਣਾ ਪਿਆ। ਪਹਿਲਾਂ ਉਹ ਹਿੱਸਾ ਸੁਣੋ, ਉਸ ਤੋਂ ਬਾਅਦ ਅੱਗੇ ਦੱਸਾਂਗੇ ਪੂਰੇ ਵਿਸਥਾਰ ਦੇ ਨਾਲ ਕਿ ਇਸ ਸਿਆਸੀ ਕਿੱਸੇ ਨਾਲ ਜੁੜੀਆਂ ਦਿਲਚਸਪ ਗੱਲਾਂ ਹੋਰ ਕਿਹੜੀਆਂ ਨੇ। ਪਿਤਾ ਜੀ 4 ਇਲੈਕਸ਼ਨਸ ਲੜੇ ਸੀਗੇ। ਪਹਿਲੀ ਤੁਹਾਨੂੰ ਦੱਸਿਆ ਕਿ ਕਿਰਪਾਲ ਸਿੰਘ ਢਿੱਲੋਂ ਤੋਂ 2600 ਵੋਟ ਨਾਲ ਹਾਰੇ ਸੀਗੇ, ਲੇਕਿਨ ਉਹ ਤੋਂ ਬਾਅਦ ਫਿਰ 3 ਕੌਨਸਟੈਂਟਲੀ ਲਗਾਤਾਰ ਲਾਈਨ ਵਿੱਚ ਹੀ ਜਿੱਤੇ ਨੇ ਔਰ ਲਾਸਟ ਇਲੈਕਸ਼ਨ ਉਹਨਾਂ ਦੀ 85 ਸੀ। ਉਹ ਤੋਂ ਬਾਅਦ ਇਲੈਕਸ਼ਨ ਨਹੀਂ ਲੜੇ। ਉਹ ਤੋਂ ਬਾਅਦ ਉਹਨਾਂ ਦੀ ਬਾਦਲ ਦਾ ਅਣਬਣ ਹੋ ਗਈ ਸੀ। ਉਹਨਾਂ ਨੂੰ ਪਤਾ ਸੀ ਕਿ ਇਸ ਬੰਦੇ ਨੇ ਖੱਜਲ ਖੁਆਰੀ ਕਰਨੀ ਆ ਤੇ ਉਹ ਮਿੰਨਤ ਤਰਲਾ ਨਹੀਂ ਸੀ ਕਰਦੇ। ਉਹ ਆਪਣੀ ਪੂਰੀ ਜ਼ਿੰਦਗੀ ਟੌਰ ਨਾਲ, ਸੈਲਫ ਰਿਸਪੈਕਟ ਨਾਲ, ਵੈਲ ਡਰੈਸਡ ਮੈਨ ਸੀ, ਵੈਲ ਐਜੂਕੇਟਡ ਸੀਗੇ। ਉਹਨਾਂ ਨੇ ਕਿਹਾ ਆਪਣੇ ਆਪ ਨੂੰ ਕਿਹਾ ਕਿ ਤੋਂ ਬਾਅਦ ਮੈਂ ਛੱਡ ਦੇਣਾ, ਖਜਾਲਤ ਨਹੀਂ ਕਰਨੀ, ਰਾਜਨੀਤੀ ਕਰਨੀ ਆ, ਪੰਜਾਬ ਦੀ ਗੱਲ ਕਰਨੀ ਆ ਹਮੇਸ਼ਾ। ਪੰਜਾਬ ਲਈ ਹਮੇਸ਼ਾ ਉਹ ਬੜੇ ਠੋਸ ਇਰਾਦੇ ਨਾਲ ਗੱਲ ਕਰਦੇ ਸੀਗੇ। ਪੰਜਾਬ ਦੇ ਜਿਹੜੇ ਪੁਰਾਣੇ ਲੋਕ ਨੇ ਸਾਰੇ ਉਹਨਾਂ ਨੂੰ ਅੱਛੀ ਤਰ੍ਹਾਂ ਜਾਣਦੇ ਨੇ। ਉਹ ਤੋਂ ਬਾਅਦ ਉਹਨਾਂ ਨੇ ਛੱਡ ਦਿੱਤੀ। ਸੁਖਜਿੰਦਰ ਸਿੰਘ ਦੇ ਸੁਪੁੱਤਰ ਸੁਖਪਾਲ ਸਿੰਘ ਖਹਿਰਾ ਇਹ ਵੀ ਦੱਸਦੇ ਨੇ ਕਿ ਉਸ ਵਕਤ ਜਦੋਂ ਛੋਟੇ ਸਨ ਉਮਰ ਦੇ ਵਿੱਚ ਤਾਂ ਕੌਣ ਲੀਡਰ ਉਹਨਾਂ ਦੇ ਘਰ ਆਉਂਦੇ ਜਾਂਦੇ ਰਹੇ ਔਰ ਉਸ ਵਕਤ ਦਾ ਮਾਹੌਲ ਕਿਸ ਤਰ੍ਹਾਂ ਦਾ ਸੀ, ਕਿਸ ਦੇ ਨਾਲ ਜ਼ਿਆਦਾ ਨੇੜਤਾ ਸੀ, ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਨਾਲ ਕਿੰਨੀ ਬਣਦੀ ਸੀ, ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕਿਵੇਂ ਅਣਬਣ ਹੋਈ। ਇਹ ਸਾਰੀਆਂ ਗੱਲਾਂ ਦਾ ਉਹਨਾਂ ਨੇ ਜ਼ਿਕਰ ਕਰਦਿਆਂ ਇਹ ਵੀ ਦੱਸਿਆ ਕਿ ਜਦੋਂ ਉਹਨਾਂ ਦੀ ਵਾਰੀ ਆਈ ਸਿਆਸਤ 'ਚ ਆਉਣ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਾਲੇ ਪਾਸੇ ਉਹਨਾਂ ਨੇ ਚੋਣ ਕਿਉਂ ਲੜੀ। ਔਰ ਇੱਕ ਗੱਲ ਇੱਥੇ ਹੋਰ ਦਿਲਚਸਪ ਹੈ ਕਿ ਜਿਵੇਂ ਪਹਿਲੀ ਚੋਣ ਜਦੋਂ 1972 ਦੇ ਵਿੱਚ ਸੁਖਜਿੰਦਰ ਸਿੰਘ ਹੋਰਾਂ ਨੇ ਲੜੀ ਸੀ ਕਪੂਰਥਲਾ ਹਲਕੇ ਤੋਂ, ਉਦੋਂ ਹਲਕਾ ਭੁਲੱਥ ਹੋਂਦ ਵਿੱਚ ਨਹੀਂ ਸੀ, ਉਦੋਂ ਚੋਣ ਹਾਰ ਗਏ ਸੀ। ਉਸੇ ਤਰ੍ਹਾਂ 2002 ਦੇ ਵਿੱਚ ਵੀ ਚੋਣ ਹੈ ਜਿਹੜੀ ਔਰ 2007 ਦੇ ਵਿੱਚ 2 ਲਗਾਤਾਰ ਪਹਿਲੀਆਂ ਚੋਣਾਂ ਸੁਖਪਾਲ ਸਿੰਘ ਖਹਿਰਾ ਵੀ ਹਾਰੇ। ਕਾਂਗਰਸ ਪਾਰਟੀ ਵੱਲੋਂ ਕਿਉਂ ਲੜੇ ਔਰ ਉਹਨਾਂ ਨੇ ਆਪਣਾ ਸਿਆਸੀ ਸਫ਼ਰ ਜਦੋਂ ਸ਼ੁਰੂ ਕੀਤਾ ਤਾਂ ਉਹਨਾਂ ਦੇ ਆਪਣੇ ਪਿਤਾ ਦੇ ਨਾਲ ਕੀ ਵਿਚਾਰ ਵਟਾਂਦਰਾ ਹੋਇਆ ਸੀ, ਉਹ ਵੀ ਸੁਣੋ। ਫਿਰ ਮੈਨੂੰ ਉਹਨਾਂ ਨੇ ਪੁੱਛਿਆ ਕਿ ਤੇਰਾ ਕੀ ਇਰਾਦਾ। ਜਦ ਨੂੰ ਮੈਂ ਆਪਣੀ ਪੜ੍ਹਾਈ ਵੀ ਚੱਜ ਨਾਲ ਪੂਰੀ ਨਹੀਂ ਕਰ ਸਕਿਆ ਕਿਉਂਕਿ 1980 ਦੇ ਦਹਾਕੇ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਦੀ ਜੇਲ੍ਹ 'ਚ ਰਹਿਣ ਕਰਕੇ ਉਹ ਰਿਸਪੌਂਸਿਬਿਲਿਟੀ ਸਾਰੀ ਮੇਰੀ ਸੀ। ਮੈਨੂੰ ਪਿੰਡ ਰਹਿਣਾ ਪੈ ਗਿਆ। ਪਿੰਡ ਰਹਿੰਦਿਆਂ ਉਹਨਾਂ ਲੋਕਾਂ ਦੇ ਦੁੱਖ ਸੁੱਖ ਵਿੱਚ ਵਿਚਰਨ ਲੱਗੇ ਹੌਲੀ। ਤਾਂ ਫਿਰ ਜਦੋਂ ਉਹਨਾਂ ਨੇ ਆਪਣੀ ਰਿਟਾਇਰਮੈਂਟ ਕਹਿ ਲਓ ਕਿ ਸੈਲਫ ਰਿਟਾਇਰਮੈਂਟ, ਕੋਈ ਲੈਂਦਾ ਨਹੀਂ ਪੋਲੀਟਿਕਸ ਵਿੱਚ, ਉਹਨਾਂ ਨੇ ਕਿਹਾ ਕਿ ਮੈਂ ਛੱਡ ਦੇਣਾ। ਤਾਂ ਮੈਨੂੰ ਉਹਨਾਂ ਨੇ ਕਿਹਾ ਹੁਣ ਤੇਰੀ ਮਰਜ਼ੀ ਹੈ, ਤੂੰ ਕਰ। ਅਤੇ ਉਸ ਵਕਤ ਤੱਕ ਫਿਰ ਮੈਂ ਜਦੋਂ ਕਹਿੰਦੇ ਅੰਗਰੇਜ਼ੀ 'ਚ ਕੈਟਾਪੁਲਟ ਹੋ ਗਿਆ ਸੀ ਇਨਟੂ
ਮੈਂ ਇਲੈਕਸ਼ਨ ਲੜਨੀ ਸੀ। ਹੁਣ ਬਾਦਲ ਪਲੇਟਫਾਰਮ ਦੋ ਹੀ ਸੀ, ਇੱਕ ਬਾਦਲ ਅਕਾਲੀ ਦਲ ਸੀਗਾ, ਇੱਕ ਕਾਂਗਰਸ ਸੀਗੀ। ਨਹੀਂ, ਉਹ ਅਕਾਲੀ ਰਹੇ ਨੇ, ਹੀ ਨੈਵਰ ਜੁਆਇਨਡ ਕਾਂਗਰਸ ਐਵਰ। ਉਹ ਤਾਂ ਮੈਂ ਜੁਆਇਨ ਕੀਤੀ ਅਤੇ ਮੈਂ ਇਲੈਕਸ਼ਨ ਲੜਨੀ ਸ਼ੁਰੂ ਕੀਤੀ, ਫਿਰ ਮੈਂ ਆਪਣਾ ਕੰਮ ਕਰਦਾ ਰਿਹਾ। ਉਹਨਾਂ ਨੇ ਆਪਣੀ ਵਿਚਾਰਧਾਰਾ, ਆਪਣਾ ਕੌਨਸੈਪਟ ਅਕਾਲੀ ਦਲ ਦੇ ਨਾਲ ਹੀ ਰੱਖਿਆ ਉਹਨਾਂ ਨੇ। ਤਾਂ ਮੈਂ ਕਾਂਗਰਸ ਨੂੰ ਆਪਟ ਕੀਤਾ ਅਤੇ ਕਾਂਗਰਸ ਇਲੈਕਸ਼ਨ ਲੜਿਆ। ਪਹਿਲੀ ਇਲੈਕਸ਼ਨ ਮੈਂ ਲੜਿਆ ਉਦੋਂ ਬੀਬੀ ਜਗੀਰ ਕੌਰ ਦੇ ਮੁਕਾਬਲੇ 'ਤੇ 28,000 ਵੋਟ 'ਤੇ ਹਾਰਿਆ ਪਲਾਚੋ 1997 1997 'ਚ। ਹਾਂ, ਔਰ ਉਹ ਤੋਂ ਪਿੱਛੇ ਮੈਂ ਚੱਲ ਜਾਂਦਾ 1997 'ਚ। ਉਹ ਪਹਿਲਾਂ 96 'ਚ ਬਾਦਲ ਦੀ ਕਾਫੀ ਵੇਵ ਜੀ ਚੱਲ ਰਹੀ ਸੀ ਪੰਜਾਬ 'ਚ, SGPC ਇਲੈਕਸ਼ਨ ਵੀ ਆ ਰਹੀਆਂ ਸੀ, ਅਤੇ ਉਹਨੇ ਸਾਨੂੰ ਸੁਣਿਆ ਭੇਜਿਆ, ਜਿੱਦਾਂ ਉਹਨੇ ਬਾਕੀ ਹੋਰ ਲੀਡਰਾਂ ਨਾਲ ਵੀ ਕੀਤਾ। ਸਾਡੇ ਘਰ ਸ਼ਾਇਦ ਜਥੇਦਾਰ ਉਜਾਗਰ ਸਿੰਘ ਸੇਖਵਾਂ ਅਤੇ ਇੱਕ ਵਿਅਕਤੀ ਹੋਰ ਆਇਆ ਸੀਗਾ, ਅਤੇ ਉਹ ਕਹਿਣ ਲੱਗੇ ਜੀ ਕਿ ਤੁਸੀਂ ਐਂ ਕਰੋ ਸਰਦਾਰ ਸਾਹਿਬ, ਤੁਸੀਂ ਪਿੱਛੇ ਹਟ ਜਾਓ, ਆਪਣੇ ਬੇਟੇ ਨੂੰ ਸੁਖਪਾਲ ਨੂੰ ਸਾਨੂੰ ਦੇ ਦਿਓ, ਅਸੀਂ ਇਹਨੂੰ MLA ਦੀ ਇਲੈਕਸ਼ਨ ਲੜਾਵਾਂਗੇ, ਬੀਬੀ ਜਗੀਰ ਕੌਰ ਨੂੰ SGPC ਦੀ ਲੜਾਵਾਂਗੇ। ਮੇਰੇ ਪਿਤਾ ਜੀ ਜਿੱਦਾਂ ਥੋੜ੍ਹੇ ਜਿਹੇ ਕੀ ਕਹਿੰਦੇ ਆ ਕਿ ਸਿੱਧੀ ਗੱਲ ਕਰਦੇ ਸੀਗੇ, ਘੁਮਾ ਫਰਾ ਕੇ ਨਹੀਂ ਸੀ ਕਰਦੇ। ਉਹਨਾਂ ਨੂੰ ਚਾਹ ਚੂਹ ਪਿਲਾਈ, ਉਹਨਾਂ ਦਾ ਇੱਜ਼ਤ ਮਾਣ ਕੀਤਾ। ਉਹਨੂੰ ਕਹਿੰਦੇ ਗੱਲ ਇਹ ਆ ਕਿ ਮੇਰਾ ਸੁਣਿਆ ਦੇ ਦੇਈਂ ਬਾਦਲ ਨੂੰ, ਜੇ ਸਾਡੇ 'ਚ ਜਾਨ ਹੋਊਗੀ ਅਸੀਂ ਲੜ ਕੇ ਲੈ ਲਾਂਗੇ ਤੁਹਾਡੇ ਤੋਂ। ਅਤੇ ਅਸੀਂ ਲੜਨਾ ਸ਼ੁਰੂ ਕਰ ਦਿੱਤਾ। ਪਹਿਲੀ ਇਲੈਕਸ਼ਨ ਹਾਰੇ, ਦੂਜੀ ਫਿਰ ਹਾਰਿਆ ਮੈਂ 2002 'ਚ। ਉਸ ਤੋਂ ਬਾਅਦ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਜਿੱਤਣ ਲੱਗ ਗਏ, ਕਿਉਂਕਿ ਮੇਰਾ ਜਿਹੜਾ ਅਪਬ੍ਰਿੰਗਿੰਗ ਹੈਗੀ, ਮੇਰੇ ਜਿਹੜੇ ਸੰਸਕਾਰ ਆ, ਉਹ ਮੈਂ ਹਮੇਸ਼ਾ ਇਹ ਸਿੱਖਿਆ ਵਾ ਕਿ ਸੱਚ ਬੋਲਣਾ ਵਾ, ਨਿਡਰਤਾ ਨਾਲ ਜ਼ਿੰਦਗੀ ਕੱਟਣੀ, ਘਬਰਾਉਣਾ ਨਹੀਂ ਗਾ। ਸੁਖਪਾਲ ਖਹਿਰਾ ਨੇ ਜ਼ਿਕਰ ਕਰਦਿਆਂ ਇਹ ਵੀ ਦੱਸਿਆ ਕਿ ਉਸ ਵਕਤ ਕਿਸ ਤਰ੍ਹਾਂ ਦਾ ਮਾਹੌਲ ਸੀ ਘਰ ਦੇ ਵਿੱਚ ਉਹਨਾਂ ਦੇ, ਚਾਹੇ ਉਹ ਬਾਦਲ ਪਰਿਵਾਰ ਹੋਵੇ ਜਾਂ ਫਿਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੋਣ ਜਾਂ ਫਿਰ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹੋਣ, ਉਹਨਾਂ ਦੇ ਘਰੇ ਆਉਂਦੇ ਜਾਂਦੇ ਰਹੇ। ਔਰ ਸੰਤ ਭਿੰਡਰਾਂਵਾਲੇ ਦੇ ਨਾਲ ਵੀ ਉਹਨਾਂ ਦੀਆਂ ਕਈ ਮੁਲਾਕਾਤਾਂ ਹੋਈਆਂ, ਕਈ ਵਿਚਾਰ ਵਟਾਂਦਰੇ ਹੋਏ, ਔਰ ਕਿਉਂ ਉੱਥੇ ਜਾਣਾ ਪੈਂਦਾ ਸੀ ਜਾਂ ਕਿਉਂ ਆਪਸ ਵਿੱਚ ਮੁਲਾਕਾਤਾਂ ਹੁੰਦੀਆਂ ਸੀ, ਇਹ ਸਾਰੀਆਂ ਗੱਲਾਂ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ। ਔਰ ਦੱਸਿਆ ਕਿ ਕਿਹੜੇ-ਕਿਹੜੇ ਲੀਡਰ ਉਹਨਾਂ ਦੇ ਘਰ ਆਉਂਦੇ ਜਾਂਦੇ ਰਹੇ। ਸਾਰਿਆਂ ਦਾ ਆਉਣਾ ਜਾਣਾ ਸੀਗਾ। ਮੈਂ ਤਾਂ ਚਲੋ ਛੋਟਾ ਸੀਗਾ, ਮੈਂ ਦੇਖਦਾ ਰਿਹਾ। ਬਾਦਲ ਸਾਹਿਬ ਬਹੁਤ ਆਉਂਦੇ ਰਹੇ ਸਾਡੇ ਕੋਲ ਘਰੇ, ਇੱਥੇ ਪਿੰਡ ਵੀ ਬਹੁਤ ਜਾਂਦੇ ਰਹੇ। ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਬਹੁਤ ਲੰਬੀਆਂ ਮੀਟਿੰਗਾਂ। ਮੈਂ ਆਪ ਵਿੱਚ ਕਈ ਵਾਰ ਬੈਠਾ ਵੀ ਹੁੰਦਾ ਸੀ ਵਿਚਕਾਰ। ਨਹੀਂ, ਉਹਨਾਂ ਦੀ ਜ਼ਿਆਦਾ ਨੇੜਤਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਸਿਧਾਂਤਕ ਤੌਰ 'ਤੇ, ਕਿਉਂਕਿ ਟੌਹੜਾ ਇੱਕ ਸਧਾਰਨ ਘਰ ਤੋਂ ਪੈਦਾ ਹੋਏ ਸੀਗੇ। ਉਹ ਗੱਲ ਸਿੱਖੀ ਦੀ ਬੜੀ ਠੋਕ ਕੇ ਕਰਦੇ ਸੀਗੇ। ਤਾਂ ਹੀ ਉਹ ਹੌਲੀ ਹੌਲੀ ਫਿਰ ਮੈਨੂੰ ਅੱਜ ਦੀ ਡੇਟ ਵਿੱਚ ਮੈਨੂੰ 1975, ਹਾਲਾਂਕਿ ਮੇਰੀ ਉਦੋਂ ਮੈਂ ਵੱਧ ਤੋਂ ਵੱਧ 10 ਸਾਲ ਦਾ ਹੋਊਂਗਾ, 75 ਤੋਂ ਲੈ ਕੇ ਹੁਣ ਤੱਕ ਸਾਰੀ ਜਿਹੜੀ ਪੋਲੀਟਿਕਸ ਦੀ ਜਿਹੜੀ ਫਿਲਮ ਹੈਗੀ ਉਹ ਮੇਰੇ ਪੂਰੇ ਜ਼ਿਹਨ ਦੇ ਵਿੱਚ ਹੈ। ਮੈਨੂੰ ਤਕਰੀਬਨ ਮੋਟੇ ਵਾਕਿਆਤ ਸਾਰੇ ਪਤਾ ਨੇ। ਐਮਰਜੈਂਸੀ ਕਿੱਦਾਂ ਲੱਗੀ, ਫਿਰ ਬਾਅਦ 'ਚ ਇਲੈਕਸ਼ਨ ਕਿੱਦਾਂ ਹੋਈ, ਫਿਰ ਸਰਦਾਰ ਦਰਬਾਰਾ ਸਿੰਘ ਦੀ ਗੌਰਮੈਂਟ ਕਿੱਦਾਂ ਬਣੀ 1980 ਦੇ ਵਿੱਚ, ਫਿਰ ਉਹ ਕਿੱਦਾਂ ਟੁੱਟੀ। ਸਾਡੇ ਇਲਾਕੇ 'ਚ ਹੀ ਢਿਲਵਾਂ GT ਰੋਡ ਦੇ ਉੱਤੇ 6 ਹਿੰਦੂਆਂ ਨੂੰ ਬੱਸ 'ਚੋਂ ਕੱਢ ਕੇ ਮਾਰਤਾ ਸੀ, ਉਦੋਂ ਤੋੜ ਦਿੱਤੀ ਗਈ ਸੀਗੀ। ਫਿਰ ਜੋ ਕੁਝ ਹੋਇਆ ਤਕਰੀਬਨ ਮੇਰੇ ਜ਼ਿਹਨ 'ਚ ਰਿਕਾਰਡਡ ਹੈ। ਇਸ ਸਿਆਸੀ ਕਿੱਸੇ ਦੇ ਵਿੱਚ ਇੱਕ ਗੱਲ ਹੋਰ ਦਿਲਚਸਪ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਜਿਹੜੀਆਂ ਸਰਗਰਮੀਆਂ ਕੀਤੀਆਂ ਗਈਆਂ ਅੱਜ ਵੀ ਮੰਨਿਆ ਜਾਂਦਾ ਹੈ। ਇਤਿਹਾਸ ਦੇ ਪੰਨੇ ਫਰੋਲੀਏ ਤਾਂ ਮੰਨਿਆ ਜਾਂਦਾ ਹੈ ਅਕਾਲੀ ਲੀਡਰਾਂ ਨੇ ਜੋ ਕੁਰਬਾਨੀਆਂ ਦਿੱਤੀਆਂ, ਜੋ ਆਪਣੇ ਲੋਕਾਂ ਦੀ ਲੜਾਈ ਲੜਦੇ ਰਹੇ, ਪੰਥ ਦੀ ਲੜਾਈ ਲੜਦੇ ਰਹੇ, ਇਹ ਸਾਰੀਆਂ ਗੱਲਾਂ ਇਤਿਹਾਸ ਦੇ ਵਿੱਚ ਪਈਆਂ ਨੇ ਜਦੋਂ ਵੀ ਅਸੀਂ ਪੰਨੇ ਫਰੋਲਦੇ ਹਾਂ। ਉਸੇ ਦੇ ਵਿੱਚੋਂ ਇੱਕ ਦਿਲਚਸਪ ਗੱਲ ਹੋਰ ਸਾਹਮਣੇ ਆਈ ਕਿ ਉਸ ਵਕਤ ਸੰਤ ਭਿੰਡਰਾਂਵਾਲੇ ਦੇ ਨਾਲ ਮੁਲਾਕਾਤ ਉਹਨਾਂ ਦੀ ਕਿੰਨੀ ਵਾਰ ਹੋਈ, ਕਿਵੇਂ ਹੋਈ। ਜਦੋਂ ਜੇਲ੍ਹ ਕੱਟ ਰਹੇ ਸਨ ਤਾਂ ਉਸ ਵਕਤ, ਜਿਵੇਂ ਮੈਂ ਸ਼ੁਰੂਆਤ ਵਿੱਚ ਦੱਸਿਆ, ਕਿ 6 ਭੈਣਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਦੀਆਂ ਸਨ, ਔਰ ਉਹਨਾਂ ਦੇ ਜਦੋਂ ਵਿਆਹ ਹੋਏ ਤੇ ਵਿੱਚੋਂ 2 ਭੈਣਾਂ ਦਾ ਜਦੋਂ ਵਿਆਹ ਕੀਤਾ ਗਿਆ, ਉਦੋਂ ਤਾਂ ਸਰਦਾਰ ਸੁਖਜਿੰਦਰ ਸਿੰਘ ਜੇਲ੍ਹ ਕੱਟ ਰਹੇ ਸਨ, ਉਹ ਵਿਆਹ ਵਿੱਚ ਪਹੁੰਚ ਵੀ ਨਾ ਸਕੇ। ਇੱਕ ਪਿਤਾ ਦੀਆਂ ਰਸਮਾਂ ਨਿਭਾਉਣ ਦੇ ਲਈ ਵੀ ਉਹਨਾਂ ਨੂੰ ਮੌਕਾ ਨਾ ਮਿਲਿਆ। ਤਾਂ ਇੱਕ ਭੈਣ ਦੇ ਵਿਆਹ ਦੇ ਵਿੱਚ ਸੰਤ ਭਿੰਡਰਾਂਵਾਲੇ ਜਦੋਂ ਵਿਆਹ ਸਮਾਗਮ ਦੇ ਵਿੱਚ ਹਿੱਸਾ ਬਣੇ ਸਨ, ਆਨੰਦ ਕਾਰਜ ਦੇ ਸਮੇਂ ਆਸ਼ੀਰਵਾਦ ਦੇਣ ਪਹੁੰਚੇ ਸਨ, ਉਹ ਵੇਲਾ ਕਿਸ ਤਰ੍ਹਾਂ ਦਾ ਸੀ, ਉਹ ਸਾਰਾ ਕੁਝ ਕਿਵੇਂ ਵਾਪਰਿਆ, ਉਹ ਵੀ ਸੁਣੋ। ਮੇਰੇ ਪਿਤਾ ਜੀ ਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਕਾਫੀ ਨੇੜਤਾ ਸੀ, ਕਿਉਂਕਿ ਉਹ ਜਦੋਂ ਉੱਭਰੇ, ਤੁਹਾਨੂੰ ਸਾਰਾ ਤਕਰੀਬਨ ਦ੍ਰਿਸ਼ ਯਾਦ ਕਰ ਲਓ, ਅਤੇ ਉਹਨਾਂ ਦੀ 80 ਦੇ ਦਹਾਕੇ ਦੇ ਵਿੱਚ ਉਹ ਇਮਰਜ ਹੋਏ ਸੀਗੇ। ਔਰ ਉਹਨਾਂ ਦੇ ਨਾਲ, ਕਿਉਂਕਿ ਉਹ ਬੇਸਿਕਲੀ ਸਿੱਖ ਪ੍ਰਚਾਰਕ ਸੀ, ਦਮਦਮੀ ਟਕਸਾਲ ਦੇ ਮੁਖੀਆ ਸੀਗੇ, ਉੱਥੇ ਵੀ ਜਾਂਦੇ ਸੀ ਚੌਂਕ ਮਹਿਤਾ ਦਮਦਮੀ ਟਕਸਾਲ ਦੇ। ਔਰ ਉਸ ਤੋਂ ਬਾਅਦ ਜਦੋਂ ਦਰਬਾਰ ਸਾਹਿਬ 'ਚ ਚਲੇ ਗਏ ਨੇ, ਕਾਫੀ ਹੱਦ ਤੱਕ ਉਹਨਾਂ ਦੀ ਨੇੜਤਾ ਉਹਨਾਂ ਦੇ ਨਾਲ ਰਹੀ। ਸਾਰੇ ਅਕਾਲੀਆਂ ਦੀ ਸੀ, ਜਿਹੜੇ ਚੰਗੇ ਅਕਾਲੀ ਸੀਗੇ। ਬਾਦਲ ਨੂੰ ਨਹੀਂ ਡਰਦੇ ਸੀ, ਇਹ ਨਹੀਂ ਸੀ ਜਾਂਦੇ ਉਹਨਾਂ ਦੇ ਨੇੜੇ, ਲੇਕਿਨ ਜਿਹੜੇ ਬਾਕੀ ਦੇ ਅਕਾਲੀ ਸੀਗੇ ਉਹਨਾਂ ਦੇ ਨਾਲ ਤਾਲਮੇਲ 'ਚ ਰਹਿੰਦੇ ਸੀ। ਕਿ ਮਾਈ ਫਾਦਰ ਵਾਜ਼ ਵੈਰੀ ਸਟਰੋਂਗ ਵਿਲਡ ਪਰਸਨੈਲਿਟੀ। ਉਹਨਾਂ ਨੇ ਜਿਹੜਾ ਜ਼ਿੰਦਗੀ 'ਚ ਕੋਈ ਫੈਸਲਾ ਲੈ ਲਿਆ ਅਤੇ ਫਿਰ ਉਹ ਪਿੱਛੇ ਨਹੀਂ ਸੀ ਮੁੜ ਕੇ ਦੇਖਦੇ, ਨਾ ਇੱਦਾਂ ਕਦੀ ਕਿਸੇ ਤਰ੍ਹਾਂ ਨਾਲ ਕੋਈ ਪਛਤਾਉਂਦੇ ਸੀ ਜਾਂ ਘਬਰਾਉਂਦੇ ਸੀਗੇ। ਪਰ ਮੇਰੇ ਮਦਰ ਉਹਨਾਂ ਦੇ ਨਾਲ ਬਹੁਤ, ਜਿੱਦਾਂ ਪਹਿਲਾਂ ਮਤਲਬ ਸਿਸਟਮ ਸੀਗਾ, ਹੁਣ ਵੀ ਆ,
ਚੰਗੇ ਘਰਾਂ ਦੇ ਵਿੱਚ ਕਿ ਉਹ ਬਹੁਤ ਡੈਡੀਕੇਟਿਡ ਸੀਗੇ। ਉਹਨਾਂ ਨੇ ਬਹੁਤ ਸੇਵਾ ਕੀਤੀ। ਉਹਨਾਂ ਨੇ ਮੇਰੇ ਪਿਤਾ ਜੀ ਤਾਂ ਬਹੁਤ ਲੰਬੀਆਂ ਜੇਲ੍ਹਾਂ ਕੱਟੀਆਂ ਨੇ ਜੀ। ਪਿੱਛੋਂ ਘਰ-ਬਾਰ ਸਾਰਾ ਉਹਨਾਂ ਨੇ ਸੰਭਾਲਿਆ। ਮੇਰੀਆਂ 6 ਭੈਣਾਂ ਨੇ ਮੇਰੇ ਤੋਂ ਵੱਡੀਆਂ ਜੀ। ਉਹਨਾਂ ਦੇ ਵਿਆਹ ਕੀਤੇ। 2 ਭੈਣਾਂ ਦੇ ਮੇਰੇ ਵਿਆਹ ਮੇਰੀਆਂ ਭੈਣਾਂ ਦੇ ਮੇਰੇ ਪਿਤਾ ਜੀ ਦੀ ਗੈਰ ਹਾਜ਼ਰੀ ਵਿੱਚ ਹੋਏ ਨੇ। ਮੇਰੇ ਪਿਤਾ ਜੀ ਜੇਲ੍ਹ ਵਿੱਚ ਸੀਗੇ। ਇਨਫੈਕਟ ਇੱਕ ਮੇਰੀ ਭੈਣ ਮੇਰੇ ਆਰਮੀ ਆਫਸਰ ਨੂੰ ਵਿਆਹੇ ਸੀਗੇ। ਉਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਦੇ ਆਨੰਦ ਕਾਰਜ ਤੇ ਉਹਨਾਂ ਦੇ ਵਿਆਹ ਤੇ ਆਪ ਆਏ ਸੀ ਸਾਡੇ ਪਿੰਡ ਚੱਲ ਕੇ ਰਾਮਗੜ੍ਹ। ਸੋ 2 ਭੈਣਾਂ ਦੇ ਵਿਆਹ ਉਹਨਾਂ ਦੀ ਗੈਰ ਹਾਜ਼ਰੀ 'ਚ ਹੋਏ। ਮੇਰੇ ਮਦਰ ਜਿਹੜੇ ਸੀਗੇ ਬਹੁਤ ਧਾਰਮਿਕ ਵਿਰਤੀ ਦੇ ਸੀਗੇ। ਉਹਨਾਂ ਨੇ ਜਦ ਤੱਕ ਮੇਰੇ ਲਈ ਮਤਲਬ ਮੈਨੂੰ ਕਿਉਂਕਿ ਕਿ ਉਦੋਂ ਇਸ ਵੇਲੇ ਉਦੋਂ ਸੀਗਾ ਆਪਣਾ ਸਿਸਟਮ ਜਿਹਾ ਕਿ ਮੁੰਡਾ ਵੀ ਹੋਣਾ ਚਾਹੀਦਾ ਵਾ। ਮੈਂ ਸਭ ਤੋਂ ਛੋਟਾ ਸੀਗਾ ਅਤੇ ਮੈਨੂੰ ਜਦੋਂ ਪੈਦਾ ਹੋਇਆ ਲੋਹੜੀ ਵਾਲੇ ਦਿਨ ਹੋਇਆ ਮੇਰਾ ਜਨਮ, ਅਤੇ ਉਹਨਾਂ ਨੇ ਪ੍ਰਣ ਕੀਤਾ ਸੀਗਾ ਜਾਂ ਕਹਿ ਲਓ ਕਿ ਸੁੱਖਿਆ ਹੋਇਆ ਸੀਗਾ ਕਿ ਜਦ ਤੱਕ ਇਹ ਆਪ ਨਹੀਂ ਕਰੂਗਾ ਪਾਠ, ਇੱਕ ਪਾਠ ਉਹ ਆਪਣਾ ਕਰਦੇ ਸੀ ਜਪਜੀ ਸਾਹਿਬ ਦਾ, ਇੱਕ ਮੇਰਾ ਕਰਦੇ ਸੀ ਔਰ ਕਰਦੇ ਰਹੇ ਅਖੀਰ ਤੱਕ। ਹੁਣ ਗੱਲ ਕਰਦੇ ਹਾਂ ਸਭ ਤੋਂ ਅਹਿਮ ਮੁੱਦੇ ਤੇ। ਹੋ ਸਕਦਾ ਤੁਸੀਂ ਵੀ ਜਾਣਨਾ ਚਾਹੋ ਕਿ ਸੁਖਪਾਲ ਸਿੰਘ ਖਹਿਰਾ ਦੇ ਪਿਤਾ ਨੇ ਜਦੋਂ ਖਾਲਿਸਤਾਨ ਦਾ ਨਾਅਰਾ ਲਗਾਇਆ, ਕਿੱਥੇ ਲਗਾਇਆ, ਕਿਹੜੇ-ਕਿਹੜੇ ਆਗੂ ਹੋਰ ਸ਼ਾਮਲ ਸਨ, ਕਿਵੇਂ-ਕਿਵੇਂ ਸਾਰੀਆਂ ਗੱਲਾਂ ਹੁੰਦੀਆਂ ਰਹੀਆਂ, ਇਹ ਸਾਰਾ ਕੁਝ ਜ਼ਿਕਰ ਕੀਤਾ ਉਹਨਾਂ ਨੇ। ਔਰ ਸੁਖਪਾਲ ਸਿੰਘ ਖਹਿਰਾ ਇਹ ਵੀ ਦਾਅਵਾ ਕਰਦੇ ਨੇ ਕਿ ਕਦੇ ਵੀ ਮੇਰੇ ਪਿਤਾ ਨੇ ਜਿਹੜਾ ਵੀ ਸਟੈਂਡ ਲਿਆ ਸੀ ਉਹ ਸੋਚ ਸਮਝ ਕੇ ਲਿਆ ਸੀ, ਕਦੇ ਵੀ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਸਨ ਹਟੇ। ਔਰ ਉਸ ਵਕਤ ਉਹਨਾਂ ਨੂੰ ਬਹੁਤਾ ਸਮਾਂ ਜੇਕਰ ਜੇਲ੍ਹ ਵਿੱਚ ਰਹਿਣਾ ਪਿਆ ਤਾਂ ਉਹ ਇਸ ਤਰ੍ਹਾਂ ਦੀਆਂ ਮੂਵਮੈਂਟਾਂ ਸਨ, ਇਸ ਤਰ੍ਹਾਂ ਦੀਆਂ ਲਹਿਰਾਂ ਸਨ, ਇਸੇ ਕਰਕੇ ਉਹਨਾਂ ਨੂੰ ਜੇਲ੍ਹ ਕੱਟਣੀ ਪਈ। ਤਾਂ ਖਾਲਿਸਤਾਨ ਬਾਰੇ ਸੁਖਜਿੰਦਰ ਸਿੰਘ ਦਾ ਸਟੈਂਡ ਕੀ ਸੀ ਔਰ ਉਹ ਅਖੀਰ ਤੱਕ ਕਿਵੇਂ ਸਟੈਂਡ ਦੇ ਉੱਤੇ ਬਣੇ ਰਹੇ ਜਾਂ ਨਹੀਂ ਬਣੇ ਰਹੇ, ਉਹ ਸਾਰਾ ਕੁਝ ਵੀ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਜ਼ੁਬਾਨੀ ਦੱਸਿਆ। ਹਾਂ, ਉਹਨਾਂ ਨੇ ਨਾਅਰਾ ਲਾਇਆ ਸੀ ਖਾਲਿਸਤਾਨ ਦਾ, ਉਹਦੇ ਲਈ ਸਟਰਗਲ ਕੀਤਾ, ਫਿਰ ਉਹਦੇ ਲਈ ਬਕਾਇਦਾ ਜੇਲ੍ਹ ਕੱਟੀ ਆ। ਜਿਹੜੀਆਂ ਜ਼ਿਆਦਾ ਜੇਲ੍ਹਾਂ ਮੈਂ ਤੁਹਾਨੂੰ ਕਹਿ ਰਿਹਾ ਵਾਂ ਨੈਸ਼ਨਲ ਸਿਕਿਉਰਿਟੀ ਐਕਟ ਉਹਦੇ 'ਚ ਲੱਗਦਾ ਰਿਹਾ ਵਾ। ਬਿਕੋਜ਼ ਉਹਨਾਂ ਦੇ ਮਨ ਵਿੱਚ ਸੀਗਾ ਕਿ ਇੱਕ ਸਿੱਖਾਂ ਦੀ ਜਿਹੜੀ ਕੀ ਕਹਿੰਦੇ ਹੁੰਦੇ ਕੰਪਰੀਹੈਂਸਿਵ ਤਰੱਕੀ ਜਿਹੜੀ ਉਹ ਉਦੋਂ ਹੋਣੀ ਹੈ ਜਦੋਂ ਤੁਹਾਡੇ ਕੋਲ ਆਪਣਾ ਇੱਕ ਦੇਸ਼ ਅਲੱਗ ਸੈਪਰੇਟ ਹੈਗਾ। ਹੁਣ ਉਹਦੇ ਪਿੱਛੇ ਇੱਕ ਹਿਸਟੋਰਿਕ ਫੈਕਟ ਹੈ, ਉਹਨਾਂ ਦੇ ਕਹਿਣ ਨਾਲ ਜਾਂ ਮੇਰੇ ਕਹਿਣ ਨਾਲ ਨਹੀਂ ਕੋਈ ਬਦਲ ਜਾਣਾ। ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ ਵਾ, ਜਿਹੜਾ ਜੁਆਇੰਟ ਪੰਜਾਬ ਦੇ ਵਿੱਚ ਕਸ਼ਮੀਰ ਦਾ ਬਹੁਤ ਵੱਡਾ ਹਿੱਸਾ ਔਰ ਪਾਕਿਸਤਾਨ ਦੇ ਸ਼ਾਇਦ ਗੁਜਰਾਤ ਦਾ ਹਿੱਸਾ, ਪਿਸ਼ਾਵਰ ਵਗੈਰਾ, ਇਹ ਸਾਰਾ ਬਹੁਤ ਵੱਡਾ ਹਿੱਸਾ ਬਣ ਕੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਰਾਜ ਭਾਗ ਕਾਇਮ ਹੋਇਆ। ਉਹ ਆਜ਼ਾਦ ਸਿੱਖ ਰਾਜ ਸੀਗਾ। ਸਾਰੀਆਂ ਮਿਸਲਾਂ ਨਾਲ ਲੜ ਕੇ ਉਹਨਾਂ ਨੇ ਜਦੋਂ ਫਿਰ ਮਹਿਜ਼ 19 ਸਾਲ ਦੀ ਉਮਰ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਝੰਡਾ ਗੱਡ ਦਿੱਤਾ ਸੀ। ਉਹ ਜਿਹੜਾ 39-40 ਸਾਲ ਰਾਜ ਰਿਹਾ ਨਾ ਸਿੱਖ ਰਾਜ, ਉਹ ਹਾਲਾਂਕਿ ਸਿੱਖ ਘੱਟ ਗਿਣਤੀ ਸੀ ਉਸ ਸਾਰੇ ਇਲਾਕੇ 'ਚ, ਲੇਕਿਨ ਉਹ ਬਹੁਤ ਨਿਰਪੱਖ ਰਾਜ ਸੀਗਾ। ਉਸ ਸਾਰੇ ਰਾਜ ਵਿੱਚ ਇੱਕ ਵੀ ਬੰਦੇ ਨੂੰ ਫਾਂਸੀ ਨਹੀਂ ਹੋਈ। ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀਗੇ। ਇਸ ਕਰਕੇ ਉਹ ਜਿਹੜਾ ਸਾਡਾ ਇੱਕ ਸਿੱਖਾਂ ਦੇ ਮਨ ਵਿੱਚ ਇੱਕ ਸੁਪਨਾ ਵਾ, ਇੱਕ ਉਹ ਤਾਈਓ ਤੁਸੀਂ ਦੇਖੋਗੇ ਗਾਏ ਬਗਾਏ ਇਹ ਮੰਗਾਂ ਉੱਠਦੀਆਂ ਰਹਿੰਦੀਆਂ ਨੇ ਔਰ ਇਹ ਉੱਠਦੀਆਂ ਰਹਿਣਗੀਆਂ ਕਿਉਂਕਿ ਉਹ ਇੱਕ ਇਤਿਹਾਸਿਕ ਪਿਛੋਕੜ, ਇੱਕ ਵਿਰਸਾ ਸਾਡੇ ਕੋਲ। ਉਹ ਕਹਿੰਦੇ ਸੀ, ਪ੍ਰਚਾਰਦੇ ਸੀਗੇ ਕਿ ਤੁਹਾਡਾ ਕੁੱਲ ਮਿਲਾ ਕੇ ਤਰੱਕੀ ਤੁਹਾਡੀ ਉਦੋਂ ਹੋਣੀ ਆ, ਜਿਹੜਾ ਕਰਜ਼ੇ ਕੁਰਜ਼ੇ ਚੜੇ, ਗੁਲਾਮੀ ਜੀ ਚੜੀ ਆ, ਜੋ ਕੁਛ ਹੁਣ ਹੋ ਰਿਹਾ ਵਾ, ਇਹ ਉਦੋਂ ਹੋਣੀ ਜਦੋਂ ਤੁਹਾਡੇ ਕੋਲ ਆਪਣਾ ਇੱਕ ਹੋਊਗਾ। ਲੇਕਿਨ ਇਹਦੇ ਦਰਮਿਆਨ ਹੀ ਪਾਰਟਿਸਿਪੇਟਡ ਔਨ ਆਲ ਦੇ ਇਲੈਕਟੋਰਲ ਪ੍ਰੋਸੈਸ। ਇਹ ਨਹੀਂ ਸੀਗਾ ਕਿ ਇੱਕ ਗੱਲ ਤੇ ਆਣ ਕੇ ਅੜ ਕੇ ਖੜ ਕੇ ਉਹ ਪ੍ਰੋਫੈਸ ਕਰ ਰਹੇ ਸੀ ਕਿ ਹਾਂ ਇਹ ਇੱਕ ਚਾਹੀਦਾ ਵਾ, ਲੇਕਿਨ ਉਹਦੇ ਦੌਰਾਨ ਅਕਾਲੀ ਪੋਲੀਟਿਕਸ ਵਿੱਚ ਪੂਰਾ ਸਰਗਰਮੀ ਦੇ ਨਾਲ ਵਿਚਰੇ। ਹੁਣ ਗੱਲ ਕਰਦੇ ਹਾਂ ਕਿ ਅੰਮ੍ਰਿਤਸਰ ਦਾ ਐਲਾਨਨਾਮਾ ਕੀ ਸੀ, ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਕੀ ਸੀ ਔਰ ਉਸ ਵਕਤ ਮਤੇ ਨੂੰ ਲੈ ਕੇ ਕਿੰਨੀ ਵਾਰ ਉਹ ਸ਼ਮੂਲੀਅਤ ਕੀਤੀ। ਉਹਨਾਂ ਨੇ ਜਿਹੜੀਆਂ ਬੈਠਕਾਂ ਹੁੰਦੀਆਂ ਸੀ ਅਕਾਲੀ ਲੀਡਰਾਂ ਦੀਆਂ, ਉਸ ਵਿੱਚ ਪਹਿਲੀ ਵਾਰ ਸ਼ਮੂਲੀਅਤ ਕਦੋਂ ਕੀਤੀ ਗਈ ਔਰ ਜਦੋਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਐਲਾਨਨਾਮੇ ਦੀ ਗੱਲ ਕਰਦੇ ਹਾਂ ਤਾਂ ਉਸ ਵਕਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਸੁਖਜਿੰਦਰ ਸਿੰਘ ਤੇ ਹੋਰ ਕਿਹੜੇ-ਕਿਹੜੇ ਲੀਡਰ ਉਸ ਵਕਤ ਸ਼ਾਮਲ ਸਨ। ਕੈਪਟਨ ਅਮਰਿੰਦਰ ਸਿੰਘ ਦੀ ਵੀ ਸ਼ਮੂਲੀਅਤ ਦੱਸੀ ਜਾਂਦੀ ਹੈ ਕਿ ਉਸ ਵਕਤ ਅੰਮ੍ਰਿਤਸਰ ਐਲਾਨਨਾਮੇ ਦੇ ਵੇਲੇ ਹੋਈ, ਕਿਉਂਕਿ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਹੁਣ ਭਾਜਪਾ ਦੇ ਨਾਲ ਗੱਠਜੋੜ ਕਰਨ ਤੋਂ ਬਾਅਦ ਸ਼ਮੂਲੀਅਤ ਵੀ ਕਰ ਚੁੱਕੇ ਨੇ ਭਾਜਪਾ ਦੇ ਵਿੱਚ, ਕਾਂਗਰਸ ਵੱਲੋਂ 2 ਵਾਰ ਮੁੱਖ ਮੰਤਰੀ ਵੀ ਪੰਜਾਬ ਦੇ ਰਹਿ ਚੁੱਕੇ ਨੇ, ਪਰ ਖੇਤੀਬਾੜੀ ਮਹਿਕਮੇ ਦੇ ਵਿੱਚ ਬਤੌਰ ਮੰਤਰੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਕੰਮ ਕੀਤਾ ਸੀ। ਔਰ ਉਸ ਵਕਤ ਅੰਮ੍ਰਿਤਸਰ ਐਲਾਨਨਾਮੇ ਦੇ ਵਿੱਚ ਕਿਹੜੇ-ਕਿਹੜੇ ਲੀਡਰ ਸ਼ਾਮਿਲ ਸਨ, ਕੀ ਕੁਝ ਵਾਪਰਿਆ ਸੀ, ਉਸ ਬਾਰੇ ਵੀ ਉਹਨਾਂ ਨੇ ਜ਼ਿਕਰ ਕੀਤਾ। ਅੰਮ੍ਰਿਤਸਰ ਐਲਾਨਨਾਮੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਵਿੱਚ ਸੀ, ਮੇਰੇ ਪਿਤਾ ਜੀ ਸੀਗੇ, ਪ੍ਰਕਾਸ਼ ਸਿੰਘ ਬਾਦਲ ਵੀ ਵਿੱਚ ਸੀਗਾ, ਇਹ ਸਾਰੇ ਸੀਗੇ ਅੰਮ੍ਰਿਤਸਰ ਐਲਾਨ। 7-8 ਲੀਡਰ ਸੀਗੇ ਉਸ ਵੇਲੇ। ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਸੀ 1972 ਦਾ ਓਰੀਜਨਲ, ਉਹ ਬੇਸਿਕਲੀ ਵੱਧ ਅਧਿਕਾਰਾਂ ਦੇ ਉੱਤੇ ਨਹੀਂ, ਉਸ ਵੇਲੇ 72 'ਚ ਨਹੀਂ ਸੀਗੇ। ਫਿਰ ਅਮੈਂਡਡ ਰੈਜ਼ੋਲੂਸ਼ਨ ਆਇਆ ਅਨੰਦਪੁਰ ਸਾਹਿਬ ਦਾ 1978 ਵਿੱਚ, ਉਹਦਾ ਹਿੱਸਾ ਸੀਗੇ।
ਸੋ ਵੱਧ ਅਧਿਕਾਰ ਤਾਂ ਮਤਲਬ ਹੋਰ ਵੀ ਪਾਰਟੀਆਂ ਬਹੁਤ ਦੇਸ਼ ਵਿੱਚ ਮੰਗ ਰਹੀਆਂ ਨੇ। ਇਸ ਦੇਸ਼ ਵਿੱਚ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਰਾਜ ਨੇ ਜਿੱਥੇ ਲੋਕੀ ਆਜ਼ਾਦ ਰਾਜ ਮੰਗਦੇ ਨੇ। ਮੰਗਣਾ ਤਾਂ ਕੋਈ ਗਲਤ ਗੱਲ ਨਹੀਂ ਹੈਗੀ। ਸੁਪਰੀਮ ਕੋਰਟ ਨੇ ਰੂਲ ਕੀਤਾ ਵਾ, ਸਿਮਰਨਜੀਤ ਸਿੰਘ ਮਾਨ ਮੰਗਦੇ ਨੇ। ਸੁਪਰੀਮ ਕੋਰਟ ਨੇ ਰੂਲ ਕੀਤਾ ਹੋਇਆ ਕਿ ਮੇਅਰਲੀ ਪ੍ਰੋਫੈਸਿੰਗ ਔਰ ਆਸਕਿੰਗ ਔਰ ਵਰਬਲੀ ਟਾਕਿੰਗ ਅਬਾਊਟ ਅ ਸਟੇਟ, ਇੰਡੀਪੈਂਡੈਂਟ ਸਟੇਟ ਇਜ਼ ਨੋ ਆਫੈਂਸ। ਜਦ ਤੱਕ ਤੁਸੀਂ ਕੋਈ ਮਾਰ-ਧਾੜ ਨਹੀਂ ਕਰਦੇ। ਇਹ ਹੁਣ ਸਾਡਾ ਕੰਮ ਨਹੀਂ ਹੈਗਾ ਕਿ ਅਸੀਂ ਕੋਈ ਵਾਇਲੈਂਟ ਮੀਨਸ ਅਡਾਪਟ ਕਰੀਏ। ਹੁਣ ਗੱਲ ਕਰਦੇ ਹਾਂ ਕਿ ਜਦੋਂ ਜੇਲ੍ਹਾਂ ਕੱਟਣ ਦਾ ਸਮਾਂ ਸੀ, ਉਸ ਵਕਤ ਜੇਲ੍ਹਾਂ ਕਿਉਂ ਕੱਟਣੀਆਂ ਪਈਆਂ, ਇਹ ਅਸੀਂ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕੀਤਾ। ਉਸ ਵਕਤ ਵਕਾਲਤ ਕਿਸ ਨੇ ਕੀਤੀ? ਸਰਦਾਰ ਸੁਖਜਿੰਦਰ ਸਿੰਘ ਦੇ ਕੇਸ ਦੀ। ਉਹ ਸਨ ਮਸ਼ਹੂਰ ਨਾਮੀ ਵਕੀਲ ਕਪਿਲ ਸਿੱਬਲ। ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਉਸ ਵਕਤ ਅਸੀਂ ਆਪਣੇ ਕੇਸ ਦੀ ਜਿਹੜੀ ਵਕਾਲਤ ਕਰਵਾਈ ਸੀ ਉਹ ਕਪਿਲ ਸਿੱਬਲ ਹੋਰਾਂ ਨੇ ਕੀਤੀ ਸੀ, ਔਰ ਅਕਾਲੀ ਰਾਜਨੀਤੀ ਨਾਲ ਜੁੜੇ ਮੋਰਚਿਆਂ ਦੇ ਵਿੱਚ ਸਰਗਰਮੀਆਂ ਨਿਭਾਉਣ ਕਰਕੇ ਐਸਾ ਕੋਈ ਅਕਾਲੀ ਲੀਡਰ ਸ਼ਾਇਦ ਹੀ ਬਚਿਆ ਹੋਵੇ ਜਿਸ ਨੇ ਜੇਲ੍ਹ ਨਾ ਕੱਟੀ ਹੋਵੇ। ਔਰ ਉਹ ਸਾਰਾ ਜ਼ਿਕਰ ਕਿਸ ਤਰ੍ਹਾਂ ਦਾ ਸਮਾਂ ਸੀ, ਕਿਵੇਂ ਉਹ ਗੁਜ਼ਰਿਆ, ਉਹ ਸਾਰੀਆਂ ਗੱਲਾਂ ਦਾ ਜ਼ਿਕਰ ਵੀ ਉਹਨਾਂ ਨੇ ਬਖੂਬੀ ਕੀਤਾ। ਨਹੀਂ, ਫਿਰ ਜੇਲਾਂ ਹੀ ਕੱਟੀਆਂ ਸੀ, ਫਿਰ ਉਹ ਨੁਕਸਾਨ ਹੀ ਭਰਿਆ ਵਾ ਅਕਸਰ। ਇਹ ਥੋੜ੍ਹਾ ਹੈਗਾ ਕਿ ਅਸੀਂ ਕੋਈ ਮੌਜਾਂ ਬੈਠੇ ਸੀਗੇ। ਔਰ ਮੈਨੂੰ ਅੱਛੀ ਤਰ੍ਹਾਂ ਇਕੱਲਾ ਇਸ ਸਲੋਗਨ ਦੇ ਕਰਕੇ ਨਹੀਂ, ਵੈਸੇ ਵੀ ਧਰਮ ਯੁੱਧ ਮੋਰਚਾ, ਬਹੁਤ ਸਾਰੇ ਮੋਰਚੇ, ਕਪੂਰੀ ਨਹਿਰ ਦਾ ਮੋਰਚਾ, ਅਕਾਲੀ ਪੋਲੀਟਿਕਸ ਵਿੱਚ ਬਹੁਤ ਲੰਬੇ ਲੰਬੇ ਮੋਰਚੇ ਲੱਗਦੇ ਸੀ। ਉਦੋਂ ਜੇਲ੍ਹਾਂ 'ਚ ਜਾਣਾ ਪੈਂਦਾ ਸੀਗਾ ਸਾਰਿਆਂ ਨੂੰ। ਔਰ ਉਹਦੇ 'ਚ ਮੈਂ ਮਤਲਬ ਮੇਰੇ ਸਾਹਮਣੇ ਬਹੁਤ ਸਾਰੀ ਪੁਲਿਸ ਆਪਣੇ ਘਰ ਆਉਂਦੀ ਦੇਖੀ ਆ, ਉਹਨਾਂ ਨੂੰ ਗ੍ਰਿਫਤਾਰ ਹੁੰਦੇ ਦੇਖਿਆ, ਕੋਰਟਾਂ ਕਚਹਿਰੀਆਂ 'ਚ ਲੜਦੇ ਦੇਖਿਆ। ਇੱਕ ਵਾਰ ਸਾਡੀ ਡਿਟੈਂਸ਼ਨ ਜਿਹੜੀ ਸੀ ਨੈਸ਼ਨਲ ਸਿਕਿਉਰਿਟੀ ਐਕਟ ਦੀ, ਸੁਪਰੀਮ ਕੋਰਟ ਨੇ ਤੋੜੀ ਸੀਗੀ ਅਤੇ ਕਪਿਲ ਸਿੱਬਲ ਸਾਡੇ ਵਕੀਲ ਸੀਗੇ। ਸੋ ਇਹ ਚੱਲਦਾ ਰਹਿੰਦਾ ਜ਼ਿੰਦਗੀ ਦੇ ਵਿੱਚ। ਤੈ ਸੀ ਸਾਡੀ ਲੜੀਵਾਰ ਪ੍ਰੋਗਰਾਮ ਦਾ ਹਿੱਸਾ ਸਿਆਸੀ ਕਿੱਸਿਆਂ ਦੇ ਤਹਿਤ ਸਰਦਾਰ ਸੁਖਜਿੰਦਰ ਸਿੰਘ ਬਾਰੇ, ਸ਼੍ਰੋਮਣੀ ਅਕਾਲੀ ਦਲ ਵਿੱਚ ਕਿਵੇਂ ਉਹ ਸ਼ਾਮਲ ਹੁੰਦੇ ਨੇ, ਇੱਕ ਡੀਐਸਪੀ ਦੀ ਨੌਕਰੀ ਤੋਂ ਹਟ ਕੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣੇ, ਪਹਿਲੀ ਚੋਣ ਕਪੂਰਥਲਾ ਤੋਂ ਲੜੇ, ਹਾਰ ਗਏ, ਫਿਰ ਚੋਣ ਲੜੇ, ਜਿੱਤਦੇ ਨੇ, ਸਿੱਖਿਆ ਮੰਤਰੀ ਬਣੇ, ਫਿਰ ਉਹਨਾਂ ਨੂੰ ਮੰਤਰੀ ਮੰਡਲ ਚੋਂ ਕੱਢਿਆ ਗਿਆ, ਫਿਰ ਕਲੀਨ ਚਿੱਟ ਮਿਲੀ, ਔਰ ਫਿਰ ਦੂਜੀ ਵਾਰੀ ਜਦੋਂ ਬਤੌਰ ਵਿਧਾਨ ਸਭਾ ਮੈਂਬਰ ਬਣੇ ਤਾਂ ਸਿੱਖਿਆ ਮੰਤਰੀ ਮੁੜ ਬਣੇ। ਔਰ ਉਹਨਾਂ ਦੇ ਨਾਲ ਕਿਹੜੇ-ਕਿਹੜੇ ਲੀਡਰਾਂ ਨੇ ਸਟੈਂਡ ਲਏ, ਕਿਸ ਨਾਲ ਉਹਨਾਂ ਦੀ ਨੇੜਤਾ ਸੀ, ਇਹ ਸਾਰੀਆਂ ਦਿਲਚਸਪ ਗੱਲਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਖਾਲਿਸਤਾਨ ਬਾਰੇ ਉਹਨਾਂ ਦਾ ਕੀ ਸਟੈਂਡ ਰਿਹਾ, ਇਸ ਕਿੱਸੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਹੈ। ਕੱਲ ਸ਼ਾਮ 7 ਵਜੇ ਕਿਸੇ ਹੋਰ ਦਿਲਚਸਪ ਕਿੱਸੇ ਦੇ ਨਾਲ ਹਾਜ਼ਰ ਹੋਵਾਂਗੇ। ਸਿਆਸੀ ਕਿੱਸਿਆਂ ਦੇ ਤਹਿਤ ਸਾਨੂੰ ਤੁਸੀਂ ਆਪਣੇ ਸੁਝਾਅ ਵੀ ਭੇਜ ਸਕਦੇ ਹੋ, ਔਰ ਅਸੀਂ ਉਹਨਾਂ ਸੁਝਾਵਾਂ ਦੇ ਤਹਿਤ ਵੀ ਕੋਈ ਨਾ ਕੋਈ ਪ੍ਰੋਗਰਾਮ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ। ਸਾਡੀ ਕੋਸ਼ਿਸ਼ ਰਹੇਗੀ। ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ। ਮੈਨੂੰ ਦੁਆ ਗਿਆ। ਧੰਨਵਾਦ।